ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 619 ਤੇ ਅੰਕਿਤ ਹੈ। ਜ਼ਿੰਦਗੀ ਜੀਂਦਿਆਂ ਮਨੁੱਖ ਪਾਸੋਂ ਅਨੇਕਾਂ ਗਲਤੀਆਂ ਔਰ ਭੁੱਲਾਂ ਹੁੰਦੀਆਂ ਨੇ। ਜੇ ਉਹਨਾਂ ਭੁੱਲਾਂ ਨੂੰ, ਗਲਤੀਆਂ ਨੂੰ ਬੰਦਾ ਬਾਰ-ਬਾਰ ਦੁਹਰਾਉਂਦਾ ਰਹੇ ਤਾਂ ਉਹ ਜੀਵਨ ਦੇ ਅੰਦਰ ਕਦੇ ਸਫਲ ਨਹੀਂ ਹੁੰਦਾ। ਤੇ ਜੋ ਇਨਸਾਨ ਆਪਣੀਆਂ ਗਲਤੀਆਂ ਔਰ ਭੁੱਲਾਂ ਨੂੰ ਸੁਧਾਰ ਲੈਂਦਾ ਹੈ, ਉਹ ਮਨੁੱਖ ਜੀਵਨ ਦੀ ਸਫਲਤਾ ਦੇ ਰਾਸਤੇ ਵੱਲ ਵੱਧ ਜਾਂਦਾ ਹੈ। ਕਈ ਵਾਰ ਐਸਾ ਹੁੰਦਾ ਹੈ ਕਿ ਮਨੁੱਖ ਕੋਈ ਨਾ ਕੋਈ ਭੁੱਲ ਔਰ ਗਲਤੀ ਕਰਦਾ ਹੈ ਤੇ ਸਾਰੀ ਜ਼ਿੰਦਗੀ ਪਛਤਾਵੇ ਵਿੱਚ ਕੱਢਦਾ ਹੈ ਔਰ ਫਿਰ ਇਹ ਸੋਚ ਪੈਂਦਾ ਹੈ ਕਿ ਸ਼ਾਇਦ ਮੈਂ ਕਦੇ ਕਾਮਯਾਬ ਨਹੀਂ ਹੋ ਪਾਵਾਂਗਾ। ਐਸੇ ਇਨਸਾਨਾਂ ਦੇ ਅੰਦਰ ਨੈਗੇਟਿਵਿਟੀ ਆ ਜਾਂਦੀ ਹੈ ਤੇ ਨਕਾਰਾਤਮਕ ਸੋਚ ਆਉਣ ਕਰਕੇ ਉਹ ਜੀਵਨ ਦੇ ਅੰਦਰ ਹਮੇਸ਼ਾ ਵਾਸਤੇ ਅਸਫਲ ਹੋ ਜਾਂਦੇ ਨੇ। ਜੋ ਕੁਛ ਜੀਵਨ ਦੇ ਅੰਦਰ ਉਹ ਕਰ ਸਕਦੇ ਸਨ, ਬਹੁਤ ਵੱਡਾ ਕਰ ਸਕਦੇ ਸਨ। ਹਰ ਇਨਸਾਨ ਦੇ ਅੰਦਰ ਸੰਭਾਵਨਾ ਹੈ ਕਿ ਹਰ ਇਨਸਾਨ ਬਹੁਤ ਵੱਡਾ ਕੁਛ ਕਰ ਸਕਦਾ ਹੈ ਤੇ ਉਹ ਇਨਸਾਨ ਆਪਣੀ ਹੀਨ ਭਾਵਨਾ ਕਰਕੇ ਜੀਵਨ ਸਫਰ ਵਿੱਚ ਫੇਲ ਹੋ ਜਾਂਦੇ ਨੇ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਕਾਰਾਤਮਕ ਸੋਚ ਦਿੱਤੀ ਹੈ, ਆਸ਼ਾਵਾਦੀ ਬਣਾਇਆ ਹੈ ਔਰ ਸਾਨੂੰ ਇੱਕ ਐਸੇ ਜੀਵਨ ਦੀ ਜੁਗਤ ਸਮਝਾਈ ਹੈ ਜਿਸ ਜੀਵਨ ਜੁਗਤ ਨੂੰ ਸਮਝ ਕੇ ਅਸੀਂ ਜ਼ਿੰਦਗੀ ਦੇ ਅੰਦਰ ਕਾਮਯਾਬ ਹੋ ਸਕਦੇ ਹਾਂ, ਮਾਲਕ ਦੀ ਰਹਿਮਤ ਦੇ ਪਾਤਰ ਬਣ ਸਕਦੇ ਹਾਂ ਔਰ ਆਪਣੇ ਜੀਵਨ ਵਿੱਚ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਮਾਣ ਸਕਦੇ ਹਾਂ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਸਭ ਤੋਂ ਪਹਿਲਾ ਬਚਨ ਕਰਦੇ ਹਨ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਗਣਤ ਦਾ ਮਤਲਬ ਗਿਣਤੀ, ਲੇਖਾ ਜੋਖਾ, ਜੋ ਸਾਡੀਆਂ ਗਲਤੀਆਂ ਭੁੱਲਾਂ ਨੇ। ਪ੍ਰਭੂ ਪਰਮਾਤਮਾ ਨੇ ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ, ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਕੀਤਾ। ਸਗੋਂ ਪ੍ਰਭੂ ਪਰਮਾਤਮਾ ਆਪਣੇ ਪਿਆਰ ਕਰਨ ਵਾਲੇ ਸੁਭਾਅ ਨੂੰ ਪਛਾਣਦਾ ਹੈ, ਉਹਦੀ ਪਾਲਣਾ ਕਰਦਾ ਹੈ। ਰੱਬ ਦਾ ਇੱਕ ਸੁਭਾਅ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਬਿਰਧ ਦਾ ਮਤਲਬ ਸੁਭਾਅ। ਇਹ ਰੱਬੀ ਸੁਭਾਅ ਹੈ ਕਿ ਜੋ ਵੀ ਮਾਲਕ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਰੱਬ ਉਹਨੂੰ ਆਪਣੇ ਸੀਨੇ ਦੇ ਨਾਲ ਲਾ ਲੈਂਦਾ ਹੈ, ਆਪਣੇ ਬਖਸ਼ੰਦਗੀ ਦੇ ਸੁਭਾਅ ਨੂੰ ਪਛਾਣ ਕੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਕਈ ਵਾਰ ਸਾਡੇ ਜੀਵਨ ਵਿੱਚ ਕੋਈ ਗਲਤੀ ਭੁੱਲ ਹੋ ਜਾਂਦੀ ਹੈ। ਦੇਖੋ, ਗਲਤੀ ਦੇ ਨਾਲ ਕੁਛ ਗਲਤ ਹੋ ਜਾਣਾ, ਉਹਦੀ ਮੁਆਫੀ ਮਿਲਦੀ ਹੈ। ਔਰ ਕਈ ਵਾਰ ਬੰਦਾ ਜਾਣ ਬੁੱਝ ਕੇ ਕਰਮ ਕਰਦਾ ਹੈ। ਜੋ ਜਾਣ ਬੁੱਝ ਕੇ ਕੀਤਾ ਜਾਏ ਉਹ ਗਲਤੀ ਨਹੀਂ ਹੁੰਦੀ, ਉਹ ਅਪਰਾਧ ਹੁੰਦਾ ਹੈ ਤੇ ਅਪਰਾਧ ਦੀ ਸਜ਼ਾ ਮਿਲਦੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੀਆਂ ਗਲਤੀਆਂ ਭੁੱਲਾਂ ਵੱਲ ਮਾਲਕ ਨੇ ਕੋਈ ਖਿਆਲ ਨਹੀਂ ਦਿੱਤਾ, ਸਗੋਂ ਸਾਡੀਆਂ ਗਲਤੀਆਂ ਭੁੱਲਾਂ ਨੂੰ ਮੁਆਫ ਕਰਕੇ ਉਹਨੇ ਆਪਣੇ ਸੀਨੇ ਦੇ ਨਾਲ ਲਾ ਲਿਆ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਗੁਰਦੇਵ ਦਾ ਪਾਵਨ ਬਚਨ ਹੈ ਕਿ ਜੋ ਵੀ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਉਹਦੇ ਪਿਛਲੇ ਗੁਨਾਹਾਂ ਨੂੰ ਬਖਸ਼ ਕੇ ਅੱਗੋਂ ਤੋਂ ਸਿੱਧੇ ਰਾਹਾਂ ਤੇ ਪਾ ਦਿੰਦਾ ਹੈ। ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਅਸੀਂ ਥੋੜ੍ਹੀ ਜਿਹੀ ਗਾਈਡੈਂਸ ਇਤਿਹਾਸ ਤੋਂ ਲੈ ਸਕਦੇ ਹਾਂ। ਦੇਖੋ, ਸ਼ੇਖ ਸੱਜਣ ਹੈ, ਕਿੱਡੇ ਵੱਡੇ ਉਹਨੇ ਅਪਰਾਧ ਕੀਤੇ ਨੇ, ਕਿੰਨੇ ਵੱਡੇ ਉਹਨੇ ਪਾਪ ਕੀਤੇ ਨੇ, ਪਰ ਜਦੋਂ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹੈ, ਗੁਰਦੇਵ ਪਾਤਸ਼ਾਹ ਨੇ ਉਸ ਨੂੰ ਜੀਵਨ ਦਾ ਸਿੱਧਾ ਰਾਸਤਾ ਵਿਖਾਇਆ ਹੈ ਕਿ ਭਲੇ ਪੁਰਸ਼ਾ, ਲੁੱਟ ਖਸੁੱਟ ਕਰਨੀ, ਕਤਲੋ ਗਾਰਤ ਕਰਨੀ ਕਦੇ ਵੀ ਠੀਕ ਨਹੀਂ ਹੈ। ਇਹ ਗੈਰ ਇਨਸਾਨੀਅਤ ਵਾਲੇ ਕਰਮ ਨੇ। ਇਸ ਲਈ ਐਸੇ ਕੰਮਾਂ ਨੂੰ ਛੱਡ, ਮਨੁੱਖ ਮਾਤਰ ਦੀ ਸੇਵਾ ਕਰ। ਕਿਸੇ ਗਿਰੇ ਹੋਏ ਨੂੰ ਉਠਾ, ਕਿਸੇ ਜ਼ਖਮੀ ਦੇ ਜ਼ਖਮ ਤੇ ਮਰਹਮ ਲਗਾ, ਕਿਸੇ ਰੋਂਦੇ ਹੋਏ ਨੂੰ ਚੁੱਪ ਕਰਾ, ਕਿਸੇ ਭੁੱਖੇ ਨੂੰ ਭੋਜਨ ਦੇ, ਕਿਸੇ ਹੀਨ ਭਾਵਨਾ ਵਾਲੇ ਦੇ ਅੰਦਰ ਸਕਾਰਾਤਮਕ ਸੋਚ ਪੈਦਾ ਕਰ
किसी रोंदे हुए नूं हसान दी ट्राई कर, तेरा जीवन सफला हो जाए। 10 नवां दी धर्म दी किरत कर। शेख सज्जन ने गुरु चरनां दे विच शीश झुकाया और अगों तो सीधे राह दे उत्ते तुरन दा प्रण कीता। उस तो बाद शेख सज्जन ने कदे कुछ माड़ा नहीं कीता। जो कुछ भी कीता वो गुरसिखां वाले और इंसानियत वाले कर्म कीते। तां हुण उहदा पिछला जीवन खत्म हो गया। अगों तो वो डाकू नहीं रहा, वो गुरु का भाई सज्जन हो गया। तो ਇਹਦਾ मतलब जे जीवन में कुछ गलत होया है तो जे असीं उसनूं छड्ड के अगों तो सीधे रास्ते दे उत्ते तुरन दी ट्राई करिए तो हर इंसान की जिंदगी जिहड़ी है वो बदल सकती है। असीं देखते हाँ वो मियाँ चोर है जो चोरियां करता है, जो दूजियां दे घरां नूं लुੱਟਦਾ है। लेकिन जदों गुरुदेव गुरु नानक पातशाह जी मिलते हैं, उन्हां दे चरण की शरण लैंदा है तो गुरु पातशाह जी कहते ने, भूमियां ऐसे कर्म करने कदाचित भी ठीक नहीं है। चोर किया चंगा क्यों होए, चोर की हामा भरे न कोए। चोर की कोई हामी नहीं भरदा, चोरी करना कदाचित भी चंगा नहीं है। गुरु के पावन चरणों के अंदर शीश झुकाया, अगे तो अपने 10 नवां की किरत कमाई करन लगा और किसी माड़े गरीब की सहायता भी करन लगा, तो सदा वास्ते गुरु का भाई हो गया। इसलिए जीवन के अंदर पछतावे की बजाय जीवन के अंदर जो गलतियां कीतियां ने उन्हां तो सानू सीखना चाहिए है कि मैनू ये गलती नहीं सी करनी चाहिए। और जिस गलती का एहसास हो जाए उस गलती नूं छड्ड के अगों तो सुधार अपना करके जीवन के सही रास्ते ते तुरना चाहिए। पहली गल, गलतियां करना इंसानियत फितरत है और मुआफ़ कर देना ये रब का सुभाव है। याद रखना इस चीज़ नूं अपनी जिंदगी दे विच भी असां अपनाउणा है। साडे परिवार ने, साडे रिश्ते ने, समाज है, एक दूजे दे नाल मिलदियां गिलदियां कुछ गलतियां मनुखां तो हो जांदियां ने। सुभाविक है ना, मनुख दे अंदर गलतियां ने, गलतियां दा पुतला है। भुल्लण अंदर सब को, हर इंसान तो गलती हो जाती है। इसलिए इहदा सोलूशन ये है कि जे अपनी गलती है, कोई रिश्ता नाता टुटिया है, कोई दूरी मित्रता विच वधी है, जे अपनी गलती है तो दूजी धिर तो जाके पहला मुआफ़ी मंग लो। तो जे किसी की गलती है तो उसनूं मुआफ़ कर दिओ। जीवन नूं सही राहां दे उत्ते लियाउण दा बहुत सुंदर तरीका है। अपनियां गलतियां दी मुआफ़ी मंग लो और दूजियां दीयां गलतियां नूं मुआफ़ करके जीवन का सही रास्ता अपनाया जा सकता है। रब की जो कुदरत है वो भी इस रब्बी नेम के अंदर काम करती है। पिछलियां गलतियां नूं कुदरत नहीं चितारती। मन लो आपने कोई फसल गलत समय ते बीज दी, गलत समय ते बीज दी, सीजन सी झोना लाण दा ते उहदे विच कणक दा छट्टा दे दिता, गलती है ना, तो कणक नहीं उगेगी गल जाएगी। पर जे अगली बार तुसीं इस गलती नूं छड्ड के कणक दे सीजन अंदर कणक बीजोगे तो कुदरत तुहाडी इस गलती नूं नहीं चितारेगी कि पिछे तू बीज का गलत छट्टा दिता सी, इसलिए हुण मैं टाइम ते भी तेरी कणक नहीं होण देनी। ना, कुदरत उस गलती नूं छड्ड दिंदी है, लेकिन जो तुसीं समय सिर बीज रहे हो वो फलीभूत हुंदा है। असीं देखते हाँ साइंस की दुनिया के अंदर जिसने बल्ब की खोज की है, किन्नियां उहदे तो गलतियां हुईयां, लेकिन पिछलियां गलतियां नूं उसने दोहराया नहीं, तो आखिर उसने बल्ब की खोज कर ली ना। कहन तो मुराद कि जे असीं अपनियां होईयां भुल्लां नूं स्वीकार करके अगों तो जीवन का सही रास्ता अपनाउंदे हां तो असीं कामयाब हो सकते हैं, असीं अपनी मंजिल ते पहुँच सकते हैं। ये गुण सानूं भी अपनाना चाहिए है। और जिहड़ियां साडीआं अपनियां गलतियां भुल्लां ने गुरमत के जीवन विच सानू गुरु साहब जी तो आके मुआफ़ी मंगनी चाहिए कि पातशाह जिंदगी जींदियां भुल्लां होईयां, सानू पिछलियां भुल्लां दी मुआफ़ी दिओ और अगे तो गुरमत अनुसार जिंदगी जीण दा बल बख्शो, तां असीं गुरमत दे राहां ते भी प्राप्ति कर सकते हैं। अगला बचन करते ने, हाथ दे राखे कर अपने सदा सदा रंग मान। जो प्रभु दे अपने ने उन्हां नूं हथ दे के रख लैंदा है ते जिन्हां दी हथ दे मालक राखी करदा है वो सदा सदा प्रभु मिलाप का आनंद माणदे ने।
ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਖੁਸ਼ੀਆਂ ਨੇ। ਉਹ ਹਰ ਪਲ ਖੁਸ਼ੀਆਂ ਮਾਣਦੇ ਨੇ ਜਿਨ੍ਹਾਂ ਦੀ ਰਾਖੀ ਪ੍ਰਭੂ ਹੱਥ ਦੇ ਕੇ ਕਰਦਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਰੱਬ ਕਿਸੇ ਦੀ ਰਾਖੀ ਕਰਦਾ ਹੈ ਜਾਂ ਕਿਸੇ ਦੀ ਰਾਖੀ ਨਹੀਂ ਕਰਦਾ। ਰੱਬ ਹਰ ਇੱਕ ਦੀ ਰਾਖੀ ਕਰਦਾ ਹੈ, ਪਰ ਰਾਖੀ ਤੇ ਉਹਦੀ ਕਰੇਗਾ ਨਾ ਜੋ ਰੱਬ ਦੀ ਰਾਖੀ ਦੇ ਅੰਦਰ ਰਹਿਣਾ ਚਾਹੇਗਾ। ਬਰਸਾਤ ਹੋ ਰਹੀ ਹੈ ਔਰ ਬਰਸਾਤ ਦੇ ਅੰਦਰ ਇੱਕ ਛੱਤ ਹੈ। ਉਸ ਛੱਤ ਦੇ ਥੱਲੇ ਜੋ ਵੀ ਆਏਗਾ ਉਹ ਬਰਸਾਤ ਤੋਂ ਬਚੇਗਾ। ਲੇਕਿਨ ਜੇ ਕੋਈ ਛੱਤ ਦੇ ਸਾਹਮਣੇ ਖਲੋਤਾ ਰਹੇ ਬਾਹਰ ਗਲੀ 'ਚ ਤੇ ਕਵੇ ਕਿ ਛੱਤ ਮੈਨੂੰ ਬਰਸਾਤ ਤੋਂ ਬਚਾਏ, ਤੇ ਖਲੋਤੇ ਮੈਂ ਬਰਸਾਤ ਵਿੱਚ ਹੀ ਰਹਿਣਾ, ਐਸਾ ਕਦੇ ਨਹੀਂ ਨਾ ਹੋਏਗਾ। ਛੱਤ ਦੇ ਥੱਲੇ ਤੇ ਆਣਾ ਪਵੇਗਾ। ਜੋ ਛਤਰੀ ਥੱਲੇ ਆਏਗਾ ਬਰਸਾਤ ਤੋਂ ਉਹੀ ਬਚੇਗਾ। ਹੁਣ ਰੱਬ ਸਾਰਿਆਂ ਦੀ ਰਾਖੀ ਕਰਦਾ ਹੈ, ਗੁਰੂ ਸਭ ਦੀ ਰਾਖੀ ਕਰਦਾ ਹੈ, ਆਤਮਿਕ ਜੀਵਨ ਦੀ। ਲੇਕਿਨ ਰਾਖੀ ਤੇ ਉਹਦੀ ਕਰੇਗਾ ਨਾ ਜੋ ਗੁਰੂ ਦੀ ਛਤਰੀ ਥੱਲੇ ਆਏਗਾ, ਜੋ ਰੱਬ ਦੀ ਛਤਰੀ ਥੱਲੇ ਆਏਗਾ, ਯਾਨੀ ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ, ਜੋ ਗੁਰੂ ਦੀ ਮੱਤ ਨੂੰ ਅਪਣਾਏਗਾ। ਗੁਰੂ ਉਹਦੀ ਰਾਖੀ ਕਰੇਗਾ। ਰੱਬ ਹੱਥ ਦੇ ਕੇ ਕਿਵੇਂ ਬਚਾਉਂਦਾ ਹੈ, ਇਹ ਮੈਂ ਪਹਿਲਾਂ ਵੀ ਆਪ ਨਾਲ ਕਈ ਵਾਰ ਵਿਚਾਰ ਕੀਤੀ ਹੈ। ਮੰਨ ਲਓ ਮੇਰੇ ਅੰਦਰ ਈਰਖਾ ਪੈਦਾ ਹੋਈ ਹੈ ਕਿਸੇ ਵਾਸਤੇ, ਤੇ ਜੇ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਵਾਲਾ ਹਾਂ, ਜੇ ਮੈਂ ਰੱਬ ਦੀ ਰਜ਼ਾ ਦੇ ਵਿੱਚ ਤੁਰਨ ਵਾਲਾ ਹਾਂ, ਪਹਿਲੀ ਗੱਲ ਤਾਂ ਈਰਖਾ ਪੈਦਾ ਹੀ ਨਹੀਂ ਹੋਏਗੀ। ਤੇ ਜੇ ਕਿਤੇ ਭੁੱਲ ਨਾਲ ਗਲਤੀ ਨਾਲ ਈਰਖਾ ਪੈਦਾ ਹੋ ਵੀ ਗਈ ਹੈ ਤਾਂ ਅੰਦਰੋਂ ਆਵਾਜ਼ ਆਏਗੀ ਕਿ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਅੰਦਰੋਂ ਆਵਾਜ਼ ਆਏਗੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਅੰਦਰੋਂ ਆਵਾਜ਼ ਆਏਗੀ ਏਕ ਪਿਤਾ ਏਕਸ ਕੇ ਹਮ ਬਾਰਿਕ। ਅੰਦਰੋਂ ਆਵਾਜ਼ ਆਏਗੀ ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਤਾਂ ਪ੍ਰਭੂ ਮੇਰੀ ਰਾਖੀ ਕਰੇਗਾ, ਗੁਰੂ ਮੇਰੀ ਰਾਖੀ ਕਰੇਗਾ ਜਦੋਂ ਮੈਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਦੀ ਟਰਾਈ ਕਰਾਂਗਾ। ਹੁਣ ਜਿਵੇਂ ਪ੍ਰਬੰਧਕ ਵੀਰਾਂ ਨੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਉਲੀਕਿਆ ਹੈ, ਅੰਮ੍ਰਿਤ ਸੰਚਾਰ ਹੋਏਗਾ, ਆਪ ਅੰਮ੍ਰਿਤ ਪਾਨ ਕਰੋਗੇ, ਤਾਂ ਸਾਡੇ ਅੰਦਰ ਕੁਛ ਐਸੀਆਂ ਚੀਜ਼ਾਂ ਬਿਠਾ ਦਿੱਤੀਆਂ ਗਈਆਂ ਨੇ ਕਿ ਅੰਮ੍ਰਿਤ ਛਕਣਾ ਬਹੁਤ ਔਖਾ ਹੈ ਜੀ, ਅੰਮ੍ਰਿਤ ਦੀ ਰਹਿਤ ਰੱਖਣੀ ਬਹੁਤ ਔਖੀ ਹੈ, ਕਿਸੇ ਤੋਂ ਰਹਿਤ ਰਹਿੰਦੀ ਨਹੀਂ, ਤੁਹਾਡੇ ਤੋਂ ਰਹਿਤ ਰਹਿਣੀ ਨਹੀਂ, ਜਾਂ ਮੇਰੇ ਤੋਂ ਰਹਿਤ ਰਹਿਣੀ ਨਹੀਂ। ਲੋਕ ਖੰਡੇ ਬਾਟੇ ਦੀ ਪਾਹੁਲ ਹੀ ਨਹੀਂ ਲੈਂਦੇ ਕਿਉਂਕਿ ਇੰਨਾ ਔਖਾ ਕੰਮ। ਬੇਨਤੀ ਕਰਾਂ, ਰਹਿਤ ਰੱਖਣੀ ਔਖੀ ਨਹੀਂ ਹੈ, ਔਰ ਰਹਿਤ ਨੂੰ ਤੁਸੀਂ ਨਹੀਂ ਰੱਖਣਾ, ਸਗੋਂ ਰਹਿਤ ਨੇ ਤੁਹਾਨੂੰ ਰੱਖਣਾ ਹੈ। ਕਿਸੇ ਅੰਮ੍ਰਿਤਧਾਰੀ ਵੀਰ ਤੋਂ ਪੁੱਛੋ ਕਿ ਤੂੰ ਰਹਿਤ ਰੱਖਣਾ, ਤਾਂ ਉਹਦਾ ਸਹੀ ਜਵਾਬ ਇਹੀ ਹੋਏਗਾ, ਨਹੀਂ ਮੈਂ ਰਹਿਤ ਨਹੀਂ ਰੱਖਦਾ। ਜਿਵੇਂ ਮੰਨ ਲਓ ਮੇਰੇ ਤੋਂ ਪੁੱਛਦੇ ਹੋ ਕਿ ਤੂੰ ਰਹਿਤ ਰੱਖਣਾ, ਤਾਂ ਮੈਂ ਕਹਾਂਗਾ ਮੈਂ ਤਾਂ ਰਹਿਤ ਨਹੀਂ ਰੱਖਦਾ, ਮੇਰੇ ਇਸ ਦੀ ਇੰਨੀ ਹਿੰਮਤ ਨਹੀਂ ਕਿ ਮੈਂ ਰਹਿਤ ਰੱਖਾਂ। ਮੈਨੂੰ ਰਹਿਤ ਰੱਖ ਰਹੀ ਹੈ, ਮੈਨੂੰ ਰਹਿਤ ਬਚਾ ਰਹੀ ਹੈ। ਜਿਸ ਦਿਨ ਦਾ ਮੈਂ ਅੰਮ੍ਰਿਤ ਪਾਨ ਕੀਤਾ ਹੈ, ਮੈਨੂੰ ਰਹਿਤ ਨੇ ਸ਼ਰਾਬਾਂ ਆਦਿਕ ਵਰਤਨ ਤੋਂ ਬਚਾ ਲਿਆ, ਮੈਨੂੰ ਜਾਤੀਵਾਦ ਤੋਂ ਬਚਾ ਲਿਆ, ਮੜੀਆਂ ਕਬਰਾਂ ਦੀ ਪੂਜਾ ਤੋਂ, ਵਰਤਨ ਰਾਤੇ ਸਰਾਧਾਂ ਤੋਂ, ਕਰਮ ਕਾਂਡਾਂ ਤੋਂ, ਮੇਲ ਤੇਰ ਦੇ ਵਿਤਕਰਿਆਂ ਤੋਂ, ਝੂਠ ਤੋਂ, ਪਾਪ ਔਰ ਅਪਰਾਧਾਂ ਤੋਂ ਮੈਨੂੰ ਰਹਿਤ ਨੇ ਬਚਾਇਆ। ਹੁਣ ਮੈਂ ਥੋੜ੍ਹੀ ਰਹਿਤ ਨੂੰ ਰੱਖ ਰਿਹਾ, ਰਹਿਤ ਮੈਨੂੰ ਰੱਖੇਗੀ। ਇਸ ਲਈ ਸਾਨੂੰ ਐਸੇ ਖਿਆਲਾਤ ਛੱਡ ਦੇਣੇ ਚਾਹੀਦੇ ਨੇ ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਨੂੰ ਗੁਰਮਤਿ ਆਸ਼ੇ ਅਨੁਸਾਰ ਜੀਣ ਦਾ ਯਤਨ ਕਰਨਾ ਚਾਹੀਦਾ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਕਰਦੇ ਨੇ, ਸਾਚਾ ਸਾਹਿਬ ਸਦ ਮਿਹਰਵਾਨ। ਰੱਬ ਸੱਚਾ ਹੈ, ਸਭ ਦਾ ਮਾਲਕ ਹੈ, ਮੇਰਾ ਮਾਲਕ ਸੱਚਾ ਹੈ, ਸदैव ਹੈ ਉਹ, ਉਹਦਾ ਕਦੇ ਵਿਨਾਸ਼ ਨਹੀਂ ਹੋਣਾ। ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਪਹਿਲੀ ਗੱਲ ਸਦਾ ਹੈ, ਦੂਜੀ ਗੱਲ ਮਾਲਕ ਹੈ ਸਾਰਿਆਂ ਦਾ, ਤੇ ਤੀਜੀ ਗੱਲ ਸਦ ਮਿਹਰਵਾਨ, ਹਮੇਸ਼ਾ ਰਹਿਮਤ ਕਰਨ ਵਾਲਾ ਹੈ ਸਦਾ। ਪਹਿਲਾਂ ਵੀ ਰਹਿਮਤ ਕਰਦਾ ਸੀ, ਅੱਜ ਵੀ ਰਹਿਮਤ ਕਰਦਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹਿਮਤ ਕਰੇਗਾ। ਉਹ ਹੈ ਹੀ ਰਹਿਮਤਵਾਨ, ਹੈ ਹੀ ਮਿਹਰਬਾਨ, ਉਹ ਕਹਿਰ ਤੇ ਕਰਦਾ ਹੀ ਨਹੀਂ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਰੱਬ ਨੇ ਕਹਿਰ ਕੀਤਾ, ਕਹਿਰ ਨਹੀਂ, ਮਿਹਰ ਹੀ ਕਰਦਾ ਹੈ। ਔਰ ਹਕੀਕਤ ਹੈ ਉਹਦੀ ਰਹਿਮਤ ਨੂੰ ਵੇਖੋ, ਚਾਰ ਚੁਫੇਰੇ ਰਹਿਮਤ ਬਰਸ ਰਹੀ ਹੈ। ਜਿੰਨਾ ਵੀ ਆ ਸੰਸਾਰ ਅਸੀਂ ਦੇਖਦੇ ਹਾਂ, ਇਹ ਉਹਦੀ ਰਹਿਮਤ ਦਾ ਸਰੂਪ ਹੀ ਤੇ ਹੈ।
धरती है, धरती ते अनेकों किस्म के फल फुल ने, वनस्पति है, खनिज पदार्थ ने, जीव जंत ने, पहाड़ ने, नदियां नाले दरिया ने, चंद्रमा है, सूरज है, अनेकों ग्रह नक्षत्र ने, अनंत आकाश गंगावां ने, सानू आ शरीर आदिक मिलिया है, सारी रहमत ही ते है। किन्नी रहमत रब ने इन्ना दिमाग दिता है, बोलण लई जबान दिती है, मिलवर्तन वास्ते प्रेम करन नूं दिता है, रहमत ही ते है। वो हमेशा ही रहमत बरसांदा है। हाँ, ये गल वक्री है कि कोई उहदी रहमत लैंदा है जां नहीं लैंदा। जे कोई अपने सिर ते छतरी तान लवे तां बरसात दे अंदर भी वो सुक्का रह जांदा है, उहदे ते कणी नहीं पैंदी एक भी। रब दी रहमत हुंदियां भी जे कोई ईगो दी छतरी तान लवे, हंकार दी छतरी तान लवे तां वो रहमत तो वांझा रह जाएगा। इहदे विच रब दा कोई कसूर नहीं है, गुरु दा कसूर नहीं, आप असीं छतरी तान के बैठे हां। जदों बरसात पैंदी है, टिब्बियां दे उत्ते पानी नहीं खलोंदा, नीवियां थावां भर जांदियां ने। ये नहीं कि टिब्बे ते बरसात नहीं हुई, बरसात उत्थे भी बराबर हुई, पर पानी नीवियां थावां ते खलोंदा है। इस तरह जो ईगो है जिहदे अंदर, वो रब दी रहमत दी बरसात दे अंदर भी सुक्का ही रह जांदा टिब्बियां दी तरह। फरीदा गर्भ जिन्हां वडियाइयां, धन जोबन आगाह, धन जोबन आदिक दी जिन्हां दे अंदर हंकार सी, ईगो सी, खाली चले धनी स्यों टिब्बे ज्यों मिहां। जिवें बरसातां दे अंदर टिब्बे खाली रह जांदे ने, वो रब्बी बरसात तो, रब्बी किरपा तो वांझे रह जांदे ने। वो निम्रता धारण नहीं करते, उन्हां अंदर दया संतोख मिठास वालियां चीज़ां नहीं आउंदियां, क्योंकि ये तो सारियां निम्रता करके आउणियां ने। गुरदेव दा पावन बचन है ना, मिठत नीवी नानका, गुण चंगियाइयां तत्त निम्रता दे अंदर ने सारे गुण। निम्रता विच है मिठास, निम्रता विच है जीवन दा तत्त सार छिपया होया। इसलिए वो प्रभु परमात्मा हमेशा ही मेहरबान है। बंध पाया मेरे सतगुर पूरै, होई सर्ब कल्याण। सर्ब कल्याण का मतलब हर किस्म का आत्मक सुख, आत्मक और मानसिक सुख। बंध पाया का मतलब रब ने बन पा दिता। जिन्हां दे मन नूं रब ने विकारां वल दौड़न तो बन पा दिता ना, उन्हां दे जीवन विच सारे सुख आनंद बन गए। हुण ये साडे ते डिपेंड करदा है ना कि असी अपने मन नूं किधर दौड़ाना है। मन ने दौड़ना है, मन दे अंदर ताकत है। तुहाडी कार है, कार दे अंदर पावर है। जे तुसी ग्रेव्स एंड वल भजाओगे तो उस स्पीड नाल भजेगी, साउथ हाल नूं भजाओगे उधर भजेगी। ये हुण डिपेंड करता है ड्राइवर ते कि वह पूरब दिशा वल उहनूं दौड़ांदा है जां पश्चिम दिशा वल दौड़ांदा है। मन की अपनी स्पीड है, मन की अपनी ताकत है। जिन्नी ताकत दे नाल, जिन्नी स्पीड दे नाल मन विकारां दे विच खचत हुंदा है ना, उन्नी ही स्पीड दे नाल, उन्नी ही जल्दी ये शुभ गुणां वल भी पहुंचेगा, क्योंकि उसकी अपनी स्पीड है। ये हुण बंदे दे उत्ते डिपेंड करेगा कि बंदा अपने मन नूं, दिल दिमाग नूं किधर लगाएगा। जे इस मन नूं तुसी आप चलाओगे गुरु दे आशे मुताबक, तो यह मन तुहाडा और मेरा मित्र हो जाएगा, ये प्रभु का स्वरूप हो जाएगा और ये सानू सुख आराम देगा। पर ये जे मन सानू चलाएगा, साडा मालक बन जाएगा, तो फिर ये बड़ा खतरनाक हो जाएगा। आम लोगों ने कुत्ते पाले ने ना, कुत्ते पाले ने जिन्हों ने, वो कहते हैं मैं कुत्ते नूं पाल रहा। असल दे अंदर कुत्ता ही सानू पाल रहा हुंदा है। जिस टाइम कुत्ते ने दुध मंगना है, असी उस टाइम उन्होंने दुध देना है। असी कुत्ते नूं घुमाण लैके जा रहे हैं तो सोचते हैं शायद मैं कुत्ते नूं घुमाण लैके जा रहा, पर हुंदा इस दे उल्ट है। कुत्ते का जिथे जी करदा है वो रुक जांदा है, मालक नूं रुकना पैंदा है। कुत्ता जदों उहगां नूं खिच्चदा है रस्सी, मालक पिछे तुर पैंदा है। कई बार साडा कोई मित्र रोक के भाई साहब 2 मिनट रुकियो, तो असीं खिंचने तो कहना यार टोमी नहीं रुक रहा, फिर मिलते हैं। इसदा मतलब कुत्ता घुमा रहा ना सानूं। तो मन जदों घुमाएगा, मन के पिछे तुरोगे, जो मन के अंदर आया उही काम करी जावांगे। मन साडा मालक, साडा ड्राइवर बन जाएगा, फिर ये खतरनाक है, विकारां वल दौड़ेगा।
ਤੇ ਜੇ ਮਨ ਨੂੰ ਬੰਦ ਲਗਾਓਗੇ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵਾਂਗੇ, ਜਿੱਧਰ ਗੁਰੂ ਕਹਿੰਦਾ ਹੈ ਜੇ ਅਸੀਂ ਉਸ ਪਾਸੇ ਲੈ ਜਾਵਾਂਗੇ, ਫਿਰ ਇਹ ਮਨ ਸਾਡਾ ਮਿੱਤਰ ਹੋ ਜਾਏਗਾ। ਹੁਣ ਡਿਪੈਂਡ ਕਰਦਾ ਹੈ ਕਿ ਆਪਣੇ ਮਨ ਦੀ ਡੋਰ ਕੌਣ ਕਿਸ ਨੂੰ ਫੜਾਉਂਦਾ ਹੈ। ਇਸ ਲਈ ਪ੍ਰਭ ਡੋਰੀ ਹਾਥ ਤੁਮਾਰੇ, ਜੇ ਆਪਣੇ ਮਨ ਦੀ ਡੋਰ ਗੁਰੂ ਨੂੰ ਫੜਾ ਦਿੱਤੀ ਜਾਏ, ਗੁਰੂ ਦੇ ਆਸ਼ੇ ਮੁਤਾਬਕ ਚੱਲਿਆ ਜਾਏ, ਤਾਂ ਇਹ ਮਨ ਤੁਹਾਨੂੰ ਪ੍ਰਭੂ ਤੱਕ ਪਹੁੰਚਾ ਦੇਵੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਦੇ ਮਨ ਨੂੰ ਪ੍ਰਭੂ ਪਰਮਾਤਮਾ ਨੇ ਵਿਕਾਰਾਂ ਵੱਲੋਂ ਬੰਨ੍ਹ ਪਾ ਦਿੱਤਾ, ਵਿਕਾਰਾਂ ਵੱਲ ਦੌੜਨ ਤੋਂ ਰੋਕ ਦਿੱਤਾ, ਹੋਈ ਸਰਬ ਕਲਿਆਣ, ਉਹਦੀ ਜ਼ਿੰਦਗੀ ਦੇ ਅੰਦਰ ਹਰ ਕਿਸਮ ਦੀ ਖੁਸ਼ੀ ਪੈਦਾ ਹੋ ਗਈ, ਉਹਦੇ ਜੀਵਨ ਅੰਦਰ ਆਤਮਿਕ ਸੁੱਖ ਬਣ ਗਏ, ਉਹਦੇ ਜੀਵਨ ਦੇ ਅੰਦਰ ਆਤਮਿਕ ਆਨੰਦ ਬਣ ਗਿਆ। ਤੇ ਦੇਖੋ, ਇਹ ਸਿੰਪਲ ਗੱਲ ਹੈ ਜੋ ਸਾਡੀ ਸਮਝ ਵਿੱਚ ਆ ਸਕਦੀ ਹੈ। ਜੇ ਅਸੀਂ ਆਪਣੇ ਮਨ ਵਿੱਚ ਈਰਖਾ, ਦਵੈਸ਼, ਵੈਰਵਾਦ, ਵਿਰੋਧ ਵਾਲੇ ਵਿਚਾਰ ਪੈਦਾ ਕਰਦੇ ਹਾਂ, ਤਾਂ ਫਿਰ ਸਾਡੀ ਹਾਲਾਤ ਮਾੜੀ ਹੋ ਜਾਏਗੀ। ਤੇ ਜੇ ਸਾਡੇ ਮਨ ਅੰਦਰ ਵਿਚਾਰ ਚੰਗੇ ਆਉਣ, ਸਤ, ਸੰਤੋਖ, ਦਇਆ, ਧਰਮ, ਪਿਆਰ, ਮੁਹੱਬਤ ਵਾਲੇ, ਤਾਂ ਆਹ ਜੀਵਨ ਹੀ ਸਵਰਗ ਬਣ ਜਾਏਗਾ। ਸਾਡਾ ਇਹੀ ਪਰਿਵਾਰ ਸਵਰਗ ਹੋ ਜਾਏਗਾ। ਸਾਡੀ ਇਹੀ ਜਿਹੜੀ ਹਾਲਾਤ ਹੈ ਉਹ ਬੜੀ ਚੰਗੀ ਹੋ ਜਾਏਗੀ। ਸਾਡਾ ਇਹੀ ਜਿਹੜਾ ਸਮਾਜ ਹੈ ਇਹ ਸਵਰਗ ਬਣ ਜਾਏਗਾ। ਇਹ ਹੁਣ ਸਾਡੇ 'ਤੇ ਡਿਪੈਂਡ ਕਰਦਾ ਹੈ ਕਿ ਅਸੀਂ ਜ਼ਿੰਦਗੀ ਕੈਸੀ ਜੀਣੀ ਹੈ। ਅਗਲਾ ਬਚਨ ਗੁਰੂ ਜੀ ਕਹਿੰਦੇ ਨੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਨ ਖਾਨ। ਜਿਸ ਮਾਲਕ ਨੇ ਜੀਓ ਪਾਏ ਦਾ ਮਤਲਬ ਜਿੰਦ ਪਾ ਕੇ, ਪਿੰਡ ਜਿਨ ਸਾਜਿਆ, ਪਿੰਡ ਦਾ ਮਤਲਬ ਸਰੀਰ। ਜਿਸ ਮਾਲਕ ਨੇ ਜਿੰਦ ਪਾ ਕੇ ਇਹ ਸਰੀਰ ਸਾਜਿਆ, ਯਾਨੀ ਸਰੀਰ ਦਿੱਤਾ, ਜਿੰਦ ਜਾਨ ਦਿੱਤੀ, ਜੀਵਨ ਦਿੱਤਾ, ਦਿੱਤਾ ਪਹਿਨਣ ਖਾਣ। ਤੇ ਜਿਸ ਨੇ ਪਹਿਨਣ ਖਾਣ ਵਾਸਤੇ ਬਹੁਤ ਕੁਛ ਦਿੱਤਾ। ਕਿੰਨਾ ਕੁਛ ਇਸ ਦੁਨੀਆ ਦੇ ਅੰਦਰ ਕੁਦਰਤ ਪੈਦਾ ਕਰ ਰਹੀ ਹੈ। ਹਜ਼ਾਰਾਂ ਕਿਸਮ ਦੇ ਫੁੱਲ ਨੇ, ਹਜ਼ਾਰਾਂ ਕਿਸਮ ਦੇ ਫਲ ਨੇ। ਮੇਰੇ ਖਿਆਲ 'ਚ ਇੱਕ ਦਿਨ ਮੈਂ ਪੜ੍ਹ ਰਿਹਾ ਸਾਂ ਕਿ 2000 ਕਿਸਮ ਦੀਆਂ, 2000 ਤੇ ਸੇਬਾਂ ਦੀਆਂ ਹੀ ਕਿਸਮਾਂ ਨੇ। ਯਾਨੀ ਕਹਿਣ ਤੋਂ ਭਾਵ ਕਿ ਕਿੰਨਾ ਕੁਛ ਫਲ ਔਰ ਫੁੱਲ ਨੇ, ਕੰਦ ਮੂਲ ਹੈ ਛਕਣ ਛਕਾਉਣ ਲਈ। ਉਸ ਤੋਂ ਇਲਾਵਾ ਬੰਦਾ ਆਪ ਕਿੰਨੀਆਂ ਕਿਸਮ ਦੀਆਂ ਸਬਜ਼ੀਆਂ, ਭੋਜਨ ਆਦਿਕ ਬਣਾ ਰਿਹਾ ਹੈ, ਕਿੰਨਾ ਕੁਛ ਖਾਣ ਲਈ। ਜੇ ਰੱਬ ਨੇ ਕੁਦਰਤ ਵਿੱਚ ਕਪਾਸ ਆਦਿਕ ਪੈਦਾ ਕੀਤੀ ਹੈ ਤੇ ਉਹਦੇ ਤੋਂ ਅਸੀਂ ਕੱਪੜਾ ਵਗੈਰਾ ਬਣਾ ਕੇ ਪਹਿਨਣ ਵਾਸਤੇ ਕਿੰਨੇ ਕਿਸਮ ਦੇ ਬਸਤਰ ਬਣਾ ਲਏ, ਕਿੰਨੇ ਕਿਸਮ ਦਾ ਫੈਸ਼ਨ ਹੈ। ਯਾਨੀ ਖਾਣ ਪੀਣ ਵਾਸਤੇ ਕੋਈ ਕਮੀ ਹੈ ਇਸ ਦੁਨੀਆ ਵਿੱਚ? ਨਹੀਂ ਹੈ। ਕਮੀ ਖਾਣ ਪੀਣ ਦੀ ਨਹੀਂ ਹੈ, ਕਮੀ ਸਿਰਫ ਵਰਤਨ ਦੀ ਹੈ, ਕਮੀ ਸਿਰਫ ਸੋਚ ਦੀ ਹੈ, ਕਮੀ ਜੀਵਨ ਦੇ ਢੰਗ ਦੀ ਹੈ। ਜੋ ਸਾਡੀ ਜ਼ਿੰਦਗੀ ਅੰਦਰ ਦੁੱਖ ਨੇ ਉਹ ਸਾਡੇ ਆਪਣੀ ਸੋਚ ਕਰਕੇ ਨੇ। ਰੱਬ ਦਾ ਇਹ ਸੰਸਾਰ ਸੁਹਾਵਣਾ ਬਾਗ ਹੈ, ਰੱਬ ਦਾ ਇਹ ਸੰਸਾਰ ਇੱਕ ਸਵਰਗ ਦੀ ਤਰ੍ਹਾਂ ਹੈ। ਬੰਦੇ ਨੇ ਆਪਣੀ ਮਾੜੀ ਔਰ ਨੀਵੀਂ ਤੇ ਸੌੜੀ ਸੋਚ ਕਰਕੇ ਇਸ ਸੰਸਾਰ ਨੂੰ ਔਰ ਆਪਣੇ ਜੀਵਨ ਨੂੰ ਨਰਕ ਬਣਾ ਲਿਆ। ਮੈਂ ਕਈ ਵਾਰ ਸੋਚਣਾ ਕਿ ਜਿਹੋ ਜਿਹੇ ਅਸੀਂ ਇਸ ਦੁਨੀਆ ਦੇ ਵਿੱਚ ਰਹਿਣ ਵਾਲੇ ਲੋਕ ਹਾਂ, ਸਾਰੀ ਦੁਨੀਆ, ਸਾਰੇ ਲੋਕ, ਜੇ ਰੱਬ ਕਿਤੇ ਕਵੇ ਕਿ ਚਲੋ ਤੁਹਾਨੂੰ ਸਵਰਗ ਲੈ ਜਾਣਾ, ਜੇ ਕਿਤੇ ਕੋਈ ਅਖੌਤੀ ਸਵਰਗ ਹੈ ਤੇ ਰੱਬ ਸਾਨੂੰ ਸਾਰਿਆਂ ਨੂੰ ਚੁੱਕ ਕੇ ਸਵਰਗ ਦੇ ਵਿੱਚ ਭੇਜ ਦੇਵੇ ਜਿਵੇਂ ਦੇ ਅਸੀਂ ਹੈ, ਤਾਂ ਸੱਚ ਦੱਸਿਓ ਕਿ ਉਹ ਥਾਂ ਸਵਰਗ ਰਹਿ ਜਾਏਗੀ? ਸੱਚ ਦੱਸਿਓ ਵੀ ਉਹ ਥਾਂ ਸਵਰਗ ਰਹਿ ਜਾਏਗੀ? ਬਿਲਕੁਲ ਵੀ ਨਾ। ਸਾਡੇ ਜਾਂਦਿਆਂ ਹੀ ਉਹ ਸਵਰਗ ਨੇ ਨਰਕ ਦੇ ਵਿੱਚ ਬਦਲ ਜਾਣਾ ਹੈ, ਕਿਉਂਕਿ ਪਹੁੰਚਣਾ ਤੇ ਅਸੀਂ ਹੈ ਨਾ। ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਸੋਚ ਤੇ ਸਾਡੀ ਜਾਣੀ। ਤੇ ਜੇ ਸਾਡੇ ਜਾਂਦਿਆਂ ਉਸ ਸਵਰਗ ਨੇ ਨਰਕ ਵਿੱਚ ਤਬਦੀਲ ਹੋ ਜਾਣਾ ਹੈ, ਇਹਦਾ ਮਤਲਬ ਇਸ ਜਗਤ ਨੂੰ ਹੀ ਅਸੀਂ ਆਪਣੀ ਸੋਚ ਨੂੰ ਬਦਲ ਕੇ ਸਵਰਗ ਵਿੱਚ ਤਬਦੀਲ ਕਰ ਸਕਦੇ ਹਾਂ। ਪੋਸੀਬਿਲਿਟੀ ਹੈ। ਇਸ ਲਈ ਇਸ ਪਾਸੇ ਹਰ ਇਨਸਾਨ ਨੂੰ ਸੋਚਣਾ ਚਾਹੀਦਾ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ। ਉਹ ਪ੍ਰਭੂ ਫਿਰ ਆਪਣੇ ਦਾਸਾਂ ਦੀ ਆਪ ਇੱਜ਼ਤ ਰੱਖਦਾ ਹੈ। ਨਾਨਕ ਸਦ ਕੁਰਬਾਨ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਆਪਣੇ ਮਾਲਕ ਤੋਂ ਸਦਾ ਕੁਰਬਾਨ ਹਾਂ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਇੱਜ਼ਤ ਰੱਖਣ ਦਾ ਮਤਲਬ ਕੀ ਹੈ? ਦੇਖੋ, ਸਾਡੀ ਬੇਇੱਜ਼ਤੀ ਕਿਵੇਂ ਹੋ ਰਹੀ ਹੈ, ਪੱਤ ਕਿਵੇਂ ਜਾਂਦੀ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਇਨ ਦੂਤਨ ਖਲਬਦ ਕਰ ਮਾਰਿਓ, ਬੜੋ ਨਿਲਾਜ ਅਜਹੂ ਨਹੀਂ ਹਾਰਿਓ। ਜਦੋਂ ਕਿਸੇ ਇਨਸਾਨ ਦੀ ਬੇਪੱਤੀ ਹੁੰਦੀ ਹੈ ਉਹ ਵਿਕਾਰਾਂ ਕਰਕੇ ਹੁੰਦੀ ਹੈ। ਮੰਨ ਲਓ ਮੇਰੇ ਅੰਦਰ ਈਰਸ਼ਾ, ਦਵੈਸ਼, ਵੈਰ ਵਿਰੋਧ ਹੈ, ਮੈਂ ਝੂਠ ਬੋਲਣਾ, ਚੋਰੀਆਂ ਵਗੈਰਾ ਕਰਦਾ, ਤਾਂ ਮੇਰੀ ਬੇਇੱਜ਼ਤੀ ਹੋਏਗੀ। ਕਿਉਂ ਹੋਏਗੀ? ਕਿਉਂਕਿ ਮੇਰੀ ਸੋਚ ਮਾੜੀ ਹੈ।
मेरी माड़ी सोच करके मेरी बेपत्ती हुई ना, मेरा निरादर होया माड़े बोलों करके। तो सपोज जे मैं बिल्कुल ठीक हाँ तो कोई बंदा आन के जिदा सुभाव बड़ा माड़ा है, वह खाम खाई मेरे गल पै के चार गालां कढ़ के बेइज्जती कर दे, तो फिर बेइज्जती किहदे करके हुई? माड़ी सोच करके हुई ना, क्योंकि उस बंदे की सोच माड़ी है। बेपत्ती हमेशा माड़ी सोच करके हुंदी है, चाहे मेरी अपनी सोच करके होवे जां दूजे की सोच करके होवे। तां काम क्रोध लोभ मोह हंकार हत्थों बंदा थां थां ते बेपत हो रहा है। तो गुरु जी कहंदे ने जो प्रभु की शरण विच आ जांदा है ना, उस मनुख दे अंदरों ये सोच खत्म हो जाती है, उसकी सोच विशाल हो जाती है, तो फिर उसकी बेपत्ती नहीं हुंदी, उन्होंने किते नमोशी का मूँह नहीं वेखना पैंदा, क्योंकि सच्चे मार्ग चलदियां उस्तत करे जहान। जो सच्चे राहां ते तुरदा है ना, सारा संसार उसकी उस्तत करता है, सारा संसार उन्होंने जी जी करके बुलांदा है। अज दे इस युग के अंदर भगत पूरन सिंह का नाम बड़े माण दे नाल मैं लैना, आप भी लेंदे हो, उन्होंने हर थां दे उत्तों मान आदर और सत्कार मिलिया। रीजन की है? क्योंकि सोच बड़ी चंगी है, बोल बड़े चंगे ने, विहार बड़ा चंगा है। तो गुरु पातशाह जी कहते हैं जो अपने दास का मतलब जो रब के चरणों की शरण लैंदा है, जो गुरु के दसे राहां ते तुरदा है, रब आप उसकी इज्जत रखता है। देखो किन्ने गुरसिख ने जिन्हां दा नाम असीं रोज़ अरदास विच लैंदे आ, इस तो वड्डी मान वाली गल किहड़ी होएगी उन्हां वास्ते? जदों तक दुनिया रहेगी उदों तक अरदास के अंदर उन्हां दा नाम लिया जाएगा। इस तो वड्डा मान कोई मिल सकता है? उन्होंने मान मिलिया ना जो गुरु के आशे मुताबिक चले। इसलिए गुरु जी कहते हैं नानक सद कुरबान, मैं अपने प्रभु तो कुरबान हाँ, वार ने सदके हाँ, बलिहार हाँ, ਉਹਦੇ अगे ਸਰੈਂਡਰ हाँ, मैं ਉਹਦਾ दास हाँ, मैं ਉਹਦਾ गुलाम हाँ, मैं ਉਹਦੀ रजा और भाने ਦੇ अगे शीश झुकांदा हाँ। जो भी ਉਹਦੀ रजा भाने ਵਿੱਚ शीश झुका के उस दे रजा भाने मुताबिक जिंदगी जींदा है, उन्होंने इस दुनिया विच मान आदर मिलता है। तो अज दे इस शब्द की विचार मुताबिक जे किते साडे तो गलतियां भुल्लां होईयां ने, उन्हां दा एहसास करना चाहिए और सानू अपनियां गलतियां दी मुआफ़ी मंग लैनी चाहिए है। अगे तो सानू गुरमत के राह ते चल के अपने जीवन को सफल और सुचज्जा करना चाहिए है। ये पॉसीबिलिटी, ये संभावना हर इंसान के अंदर मौजूद है। वाहिगुरू रहमत करे असी गुरबाणी मुताबिक जिंदगी जी अपने जीवन को सफल कर सकीए। होईयां भुल्लां दी खिमा गज के बुलाओ जी। वाहिगुरू जी का खालसा, वाहिगुरू जी की फतेह।